ਨੈਕਸਟ ਆਪਣੇ ਕੋਲ ਐਗਜ਼ਾਮਪਲ 92 ਇਵੈਲੂਏਟ। ਇਹਦਾ ਫਸਟ ਪਾਰਟ ਹੈ ਇੰਟਰਗਰਲ ਆਫ sec ਕਿਊਬ x dx। ਤਾਂ ਵੈਸੇ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਵੀ ਇਹ ਕੋਈ ਦੋ ਫੰਕਸ਼ਨ ਦਾ ਪ੍ਰੋਡਕਟ ਨਹੀਂ ਹੈਗਾ, ਪਰ ਅਸੀਂ ਇਹਨੂੰ ਉਸ ਫਾਰਮ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਕਿਵੇਂ? ਅਸੀਂ sec ਕਿਊਬ x ਨੂੰ ਲਿਖ ਸਕਦੇ ਹਾਂ sec x into sec square x। ਠੀਕ ਹੈ ਨਾ? ਇਹਦੇ ਵਿੱਚ ਦੋਨੋਂ ਹੀ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਨੇ। ਇੱਕ ਨੂੰ ਅਸੀਂ u, ਇੱਕ ਨੂੰ v ਲੈਣਾ ਹੈ। ਅਸੀਂ v ਉਸ ਫੰਕਸ਼ਨ ਲਵਾਂਗੇ ਜਿਹਦਾ ਇੰਟਰਗਰਲ ਸਾਨੂੰ ਈਜ਼ੀਲੀ ਪਤਾ ਹੈਗਾ। ਜਿਵੇਂ sec ਸਕੁਆਇਰ x ਦਾ ਇੰਟੀਗ੍ਰੇਸ਼ਨ tan x ਹੁੰਦਾ, ਤਾਂ ਇਹਨੂੰ ਅਸੀਂ v ਲਵਾਂਗੇ ਕਿਉਂਕਿ v ਨੂੰ ਅਸੀਂ ਹਮੇਸ਼ਾ ਇੰਟੀਗ੍ਰੇਟ ਹੀ ਕਰਨਾ ਹੁੰਦਾ, ਡਿਫਰੈਂਸ਼ੀਏਟ ਨਹੀਂ ਕਰਨਾ ਹੁੰਦਾ। ਤਾਂ ਇਹਨੂੰ ਅਸੀਂ v ਲੈ ਲਾਂਗੇ, ਇਹਨੂੰ u ਲੈ ਲਾਂਗੇ। ਤਾਂ ਹੁਣ ਕੀ ਹੋਇਆ? u ਇਹਦਾ ਇੰਟੀਗ੍ਰੇਸ਼ਨ tan x, ਫਿਰ ਇਹਦਾ ਡਿਫਰੈਂਸ਼ੀਏਸ਼ਨ sec x tan x, ਤੇ ਇਹਦਾ ਇੰਟੀਗਰਲ tan x। ਆ ਹੁਣ ਬਣ ਗਿਆ sec x tan ਸਕੁਆਇਰ x। tan ਸਕੁਆਇਰ x ਨੂੰ ਅਸੀਂ ਫਿਰ sec ਸਕੁਆਇਰ x ਮਾਈਨਸ 1 ਲਿਖ ਦਾਂਗੇ। sec x ਨੂੰ ਜਦੋਂ ਅੰਦਰ ਮਲਟੀਪਲਾਈ ਕਰਾਂਗੇ sec ਕਿਊਬ x ਮਾਈਨਸ sec x ਹੋ ਜਾਏਗਾ। ਇਹਨਾਂ ਨੂੰ ਅਲੱਗ-ਅਲੱਗ ਕਰ ਲਿਆ, sec ਕਿਊਬ x ਦਾ ਇੰਟੀਗ੍ਰੇਸ਼ਨ ਅਲੱਗ ਕਰ ਲਿਆ, sec x ਦਾ ਇੰਟੀਗ੍ਰੇਸ਼ਨ ਅਲੱਗ ਕਰ ਲਿਆ। ਹੁਣ ਆ ਜਿਹੜਾ sec ਕਿਊਬ x ਹੈ ਇਹ ਕੀ ਹੈ ਅਸਲ 'ਚ? ਇਸੇ ਨੂੰ ਅਸੀਂ i ਲਿਆ ਸੀਗਾ, sec ਕਿਊਬ x ਦਾ ਇੰਟੀਗਰਲ। ਤਾਂ ਆ ਸਾਡਾ ਦੁਬਾਰ ਤੋਂ i ਬਣ ਗਿਆ। ਪਹਿਲਾਂ ਤਾਂ ਬ੍ਰੈਕਟ ਖੋਲ੍ਹੇ ਤਾਂ ਮਾਈਨਸ ਅੰਦਰ ਮਲਟੀਪਲਾਈ ਹੋ ਗਿਆ, ਮਾਈਨਸ ਹੋ ਗਿਆ, ਪਲੱਸ ਹੋ ਗਿਆ। ਫਿਰ ਇਹਦੀ ਵੈਲਿਊ ਅਸੀਂ i ਲਿਖਦੇ ਹਾਂ ਕਿਉਂਕਿ ਅਸੀਂ ਨੂੰ i ਲਿਆ ਸੀਗਾ। ਤਾਂ ਮਾਈਨਸ i, ਇਹ ਮਾਈਨਸ i ਇੱਧਰ ਆ ਕੇ ਪਲੱਸ i ਹੋ ਜਾਏਗਾ। ਤਾਂ i ਤੇ i ਐਡ ਹੋ ਕੇ 2i ਬਣ ਜਾਏਗਾ। ਤਾਂ sec 2i ਇਕੁਅਲਸ ਟੂ ਬਣ ਜਾਏਗਾ sec x tan x। ਅਤੇ ਇਹਦਾ sec x ਦਾ ਇੰਟੀਗ੍ਰੇਸ਼ਨ ਕਰਾਂਗੇ ਤਾਂ log sec x ਪਲੱਸ tan x ਹੋ ਜਾਏਗਾ। ਠੀਕ ਹੈ ਨਾ? ਇਹ ਵੀ ਇੱਥੇ ਆ ਜਾਏਗਾ। ਹੁਣ i ਦੀ ਵੈਲਿਊ ਕੱਢਣ ਵਾਸਤੇ 2 ਨਾਲ ਡਿਵਾਈਡ ਕਰ ਦਿੰਦੇ ਤਾਂ 1/2 sec x tan x, 1/2 log sec x plus tan x। ਇੱਥੇ c/2 ਵੀ ਹੋ ਜਾਏਗਾ। ਠੀਕ ਹੈ ਕਿ c/2 ਕਰੋ ਚਾਹੇ ਨਾ ਕਰੋ, ਐਸੇ ਕੌਂਸਟੈਂਟ ਹੈ। ਠੀਕ ਹੈ ਕਿ ਇਹ ਜੇ ਅਸੀਂ ਇੱਥੇ ਇਹਨੂੰ c/2 ਕਰਾਂਗੇ ਤਾਂ ਉਹਨੂੰ ਅਸੀਂ ਕੋਈ ਹੋਰ ਕੌਂਸਟੈਂਟ ਲਿਖ ਲਾਂਗੇ। ਠੀਕ ਹੈ ਕਿ ਜੀ? ਦੇਖੋ ਜਿਵੇਂ ਇਹਨੂੰ ਅਸੀਂ ਜੇ ਲਿਖ ਲਈਏ c/2 ਤੇ ਨੈਕਸਟ ਲਾਈਨ 'ਚ ਇਹਨੂੰ ਅਸੀਂ ਇਕੁਅਲਸ ਟੂ c1 ਲਿਖਣਾ, c ਦੀ ਥਾਂ 'ਤੇ c1 ਆ ਜਾਏਗਾ, ਕੋਈ ਫਰਕ ਨਹੀਂ ਪੈਂਦਾ, ਚਾਹੇ c ਰਹਿਣ ਦਿਓ ਚਾਹੇ c1। c/2 ਇੱਕ c ਕਾਂਸਟੈਂਟ ਸੀ, ਉਹਨੂੰ ਕਿਸੇ ਹੋਰ ਕਾਂਸਟੈਂਟ ਨਾਲ ਡਿਵਾਈਡ ਕੀਤਾ, ਇੱਕ ਹੋਰ ਕਾਂਸਟੈਂਟ ਆ। ਠੀਕ ਹੈ ਕਿ ਇੱਥੇ c1 ਲਿਖਿਆ ਜਾ ਸਕਦਾ। ਇਸ ਤਰ੍ਹਾਂ ਵੀ ਰਹਿਣ ਦੋਗੇ ਤਾਂ ਵੀ ਠੀਕ ਹੈ। ਇਹਦਾ ਸੈਕੰਡ ਪਾਰਟ ਆਪਣੇ ਕੋਲੇ ਇੰਟੈਗਰਲ ਆਫ ਸਾਈਨ ਰੂਟ x dx। ਇਹਦੇ 'ਚ ਅਸੀਂ ਕੀ ਕਰਾਂਗੇ? ਸਬਸਟੀਟਿਊਸ਼ਨ ਕਰਾਂਗੇ। ਪਹਿਲਾਂ ਰੂਟ x ਦੀ ਥਾਂ 'ਤੇ ਅਸੀਂ ਲੈਟ ਕਰਦੇ t। ਤਾਂ ਜਦੋਂ ਅਸੀਂ ਇਹਦਾ ਸਕੁਆਇਰ ਕਰਾਂਗੇ ਤਾਂ x ਇਕੁਅਲਸ ਟੂ ਟੀ ਸਕੁਆਇਰ ਹੋ ਜਾਏਗਾ। ਇਹਨੂੰ ਡਿਫਰੈਂਸ਼ੀਏਟ ਕਰਾਂਗੇ ਤਾਂ dx ਇਕੁਅਲਸ ਟੂ 2t dt ਹੋ ਜਾਏਗਾ। ਤਾਂ ਸਾਈਨ ਰੂਟ x ਦੀ ਥਾਂ 'ਤੇ t ਆ ਜਾਏਗਾ ਸਾਈਨ t, ਅਤੇ dx ਦੀ ਥਾਂ 'ਤੇ ਆ ਜਾਏਗਾ 2t dt। ਤਾਂ 2t dt ਇਹ ਬਣ ਗਿਆ 2t ਸਾਈਨ t dt। 2 ਬਾਹਰ ਕੱਢ ਲਿਆ, t ਸਾਈਨ t dt ਰਹਿ ਗਿਆ। ਹੁਣ ਇਹ ਸਾਡੇ ਕੋਲੇ ਦੋ ਚੀਜ਼ਾਂ ਦਾ ਪ੍ਰੋਡਕਟ ਆ ਗਿਆ, ਦੋ ਫੰਕਸ਼ਨ ਦਾ ਪ੍ਰੋਡਕਟ, ਅਲਜੈਬਰਿਕ ਫੰਕਸ਼ਨ ਅਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ। ਅਸੀਂ ਅਲਜੈਬਰਿਕ ਫੰਕਸ਼ਨ ਨੂੰ t ਲੈ ਲਿਆ, u ਲੈ ਲਿਆ, ਅਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਨੂੰ v ਲੈ ਲਿਆ। ਤਾਂ u ਨੂੰ ਛੱਡਤਾ, v ਦਾ ਇੰਟੀਗ੍ਰੇਸ਼ਨ, ਫਿਰ u ਦਾ ਡਿਫਰੈਂਸ਼ੀਏਸ਼ਨ, v ਦਾ ਇੰਟੀਗ੍ਰੇਸ਼ਨ, ਆ ਮਾਈਨਸ ਬਾਹਰ ਆ ਜਾਏਗਾ, ਪਲੱਸ ਹੋ ਜਾਏਗਾ, cos t dt, cos t ਦਾ ਇੰਟੀਗ੍ਰੇਸ਼ਨ ਸਾਈਨ t ਹੋ ਜਾਏਗਾ। ਤਾਂ ਇਹ ਆ ਗਿਆ 2 ਇੰਟੂ ਮਾਈਨਸ ਟੀ cos t ਪਲੱਸ ਸਾਈਨ t ਪਲੱਸ c। ਤਾਂ t ਦੀ ਥਾਂ 'ਤੇ ਉਹਦੀ ਵੈਲਿਊ ਦੁਬਾਰਾ ਸਬਸਟੀਟਿਊਟ ਕਰ ਦਾਂਗੇ, ਕੀ ਸੀਗੀ ਉਹ? ਰੂਟ x। ਤਾਂ t ਦੀ ਥਾਂ 'ਤੇ ਰੂਟ x ਪੁੱਟ ਕਰਤਾ, ਸਾਡਾ ਆਨਸਰ ਆ ਗਿਆ। ਨੈਕਸਟ ਹੈ ਸਾਡੇ ਕੋਲੇ ਇਹਦਾ ਥਰਡ ਪਾਰਟ ਲੈਟ। ਇਹ ਹੈਗਾ ਸਾਡੇ ਕੋਲੇ ਇੰਟਰਗਰਲ ਆਫ ਸਾਈਨ ਇਨਵਰਸ x ਅਪੋਨ 1 ਮਾਈਨਸ x ਸਕੁਆਇਰ ਟੂ ਦਾ ਪਾਵਰ 1/3 dx। ਅਸੀਂ ਸਾਈਨ ਇਨਵਰਸ x ਨੂੰ t ਲੈ ਤਾਂ x ਇਕੁਅਲ ਟੂ ਸਾਈਨ t ਹੋ ਜਾਏਗਾ। ਤਾਂ dx ਨੂੰ ਡਿਫਰੈਂਸ਼ੀਏਟ ਕਰਾਂਗੇ ਤਾਂ ਕੀ ਹੋ ਜਾਏਗਾ? dx ਇਕੁਅਲ ਟੂ cos t dt। ਤਾਂ ਵੈਲਿਊ ਸਬਸਟੀਟਿਊਟ ਕਰੋ, ਸਾਈਨ ਇਨਵਰਸ x ਦੀ ਥਾਂ 'ਤੇ t ਪੁੱਟ ਕਰਤਾ, 1 ਮਾਈਨਸ x ਸਕੁਆਇਰ, x ਦੀ ਥਾਂ 'ਤੇ ਸਾਈਨ t, ਤਾਂ 1 ਮਾਈਨਸ ਸਾਈਨ ਸਕੁਆਇਰ t ਹੋ ਜਾਏਗਾ। ਅਤੇ dx ਦੀ ਥਾਂ 'ਤੇ cos t dt ਪੁੱਟ ਕਰ। ਹੁਣ ਹੇਠਾਂ 1 ਮਾਈਨਸ ਸਾਈਨ ਸਕੁਆਇਰ t, ਇਹਦੀ ਵੈਲਿਊ ਹੁੰਦੀ ਹੈ cos ਸਕੁਆਇਰ t, ਇਹਦੀ ਪਾਵਰ 3/2 ਹੈ। ਆ ਪਾਵਰਸ ਕੈਂਸਲ ਹੋ ਕੇ ਪਾਵਰ 3 ਬਣ ਜਾਏਗੀ, 2 ਅਤੇ 3/2 ਕੈਂਸਲ ਹੋ ਗਏ, 2 ਕੈਂਸਲ ਹੋ ਗਿਆ, cos ਟੂ ਦਾ ਪਾਵਰ 3 ਹੋ ਗਈ। ਤਾਂ t ਅਪੋਨ cos ਦੀ ਪਾਵਰ cos ਕਿਊਬ t ਕਹਿ ਲਓ। ਤਾਂ cos ਕਿਊਬ t ਅਤੇ cos t ਕੈਂਸਲ ਹੋ ਕੇ ਹੇਠਾਂ cos ਸਕੁਆਇਰ t ਰਹਿ ਜਾਏਗਾ, ਪਾਵਰ 2 ਰਹਿ ਜਾਏਗੀ। ਉਹ cos ਸਕੁਆਇਰ t ਉੱਪਰ ਜਾ ਕੇ sec ਸਕੁਆਇਰ t ਬਣ ਜਾਏਗਾ। ਤਾਂ t sec ਸਕੁਆਇਰ t dt। ਹੁਣ ਇਹ ਬਣ ਗਿਆ ਸਾਡੇ ਕੋਲੇ u v, ਦੋ ਚੀਜ਼ਾਂ ਦਾ ਮਲਟੀਪਲੀਕੇਸ਼ਨ।
ट्रिग्नोमैट्रिक फंक्शन ਤੇ ਅਲਜਬਰਿਕ ਫੰਕਸ਼ਨ ਨੂੰ ਅਸੀਂ u ਲੈ ਲਾਂਗੇ, ਟ੍ਰਿਗਨੋਮੈਟ੍ਰਿਕ ਨੂੰ v ਲੈ ਲਾਂਗੇ। ਤਾਂ t ਛੱਡਤਾ sec ਸਕੁਆਇਰ t ਦਾ ਇੰਟੀਗ੍ਰੇਸ਼ਨ tan t ਦਾ ਡਿਫਰੈਂਸ਼ੀਏਸ਼ਨ 1 sec ਸਕੁਆਇਰ t ਦਾ ਇੰਟੀਗ੍ਰੇਸ਼ਨ tan t dt, ਠੀਕ ਹੈ ਨਾ। ਹੁਣ ਇੱਥੇ ਬਰਿਆ tan t dt, tan t ਦਾ ਇੰਟੀਗ੍ਰੇਸ਼ਨ ਮਾਈਨਸ log cos t, ਮਾਈਨਸ ਮਾਈਨਸ ਪਲੱਸ ਹੋ ਜਾਏਗਾ ਤੇ tan t ਨੂੰ ਅਸੀਂ sin t by cos t ਲਿਖ ਲਿਆ ਤੇ ਆ log cos t ਹੋ ਗਿਆ ਤੇ ਫਿਰ cos ਦੀ ਵੈਲਿਊ ਫਿਰ sin ਦੀ ਫਾਰਮ 'ਚ ਲਿਖਿਆ ਕਿਉਂਕਿ ਸਾਡੇ ਕੋਲੇ sin t ਦੀ ਵੈਲਿਊ ਸਾਨੂੰ ਪਤਾ ਹੈਗੀ। ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ ਜਾਂ ਅਸੀਂ ਦੂਸਰਾ ਜਿਹੜਾ ਸਾਦਾ ਮੈਥਡ ਹੈਗਾ ਉਹ ਜਿਹੜਾ ਟ੍ਰਾਇੰਗਲ ਵਾਲਾ ਉਹ ਵੀ ਅਸੀਂ ਅਪਲਾਈ ਕਰ ਸਕਦੇ ਹਾਂ। ਜਿਵੇਂ ਕਿ ਦੇਖੋ ਅਸੀਂ ਇੱਥੇ ਯੂਜ਼ ਕਰੀਏ ਜੇ ਸਾਨੂੰ sin t ਦੀ ਵੈਲਿਊ ਪਤਾ ਯਾਨੀ ਐਂਗਲ t ਹੈ ਤੇ sin t ਇਕੁਅਲਸ ਟੂ ਸਾਡੇ ਕੋਲੇ ਕੀ ਹੈ sin t ਇਕੁਅਲਸ ਟੂ x ਹੈ ਤਾਂ ਯਾਨੀ x/1 ਤਾਂ ਸਾਈਨ ਹੁੰਦਾ ਸਾਡੇ ਕੋਲੇ ਪਰਪੈਂਡੀਕੂਲਰ ਓਵਰ ਹਾਈਪੋਟੇਨਸ ਯਾਨੀ ਇਹਦਾ ਪਰਪੈਂਡੀਕੂਲਰ x ਹੈ ਤੇ ਹਾਈਪੋਟੇਨਸ 1 ਹੈ ਤੇ ਇਹਦਾ ਅਸੀਂ ਬੇਸ ਫਾਈਂਡ ਕਰ ਲਾਂਗੇ ਉਹ ਕੀ ਹੋ ਜਾਊਗਾ 1 ਮਾਈਨਸ x ਸਕੁਆਇਰ। ਹੁਣ ਅਸੀਂ ਜਿਹਦੀ ਮਰਜ਼ੀ tan t ਦੀ ਵੈਲਿਊ ਚਾਹੀਦੀ ਹੈ ਸਾਨੂੰ ਇੱਕ ਤਾਂ, ਠੀਕ ਹੈ ਨਾ। ਇੱਥੇ ਸਾਡੇ ਕੋਲੇ ਆ ਦੇਖੋ tan t ਸੀਗਾ ਤੇ ਇਹਦਾ ਇੰਟੀਗ੍ਰੇਸ਼ਨ ਆਇਆ ਸੀ cos t, ਸਾਨੂੰ tan t ਤੇ cos t ਦੋਵਾਂ ਦੀ ਵੈਲਿਊ ਚਾਹੀਦੀ ਉਹ ਫਾਈਂਡ ਕਰ ਲੈਂਦੇ ਹਾਂ। tan t ਦੀ ਵੈਲਿਊ ਆਏਗੀ ਪਰਪੈਂਡੀਕੂਲਰ ਓਵਰ ਬੇਸ ਯਾਨੀ ਦਿਸ ਅਪੋਨ ਦਿਸ x ਅਪੋਨ ਸਕੁਆਇਰ ਰੂਟ ਆਫ 1 ਮਾਈਨਸ x ਸਕੁਆਇਰ ਤੇ cos t ਦੀ ਵੈਲਿਊ ਕੀ ਹੋਏਗੀ ਉਹ ਹੁੰਦੀ ਹੈ ਬੇਸ ਅਪੋਨ ਹਾਈਪੋਟੇਨਸ ਯਾਨੀ ਇਹ ਆ ਜਾਏਗੀ ਸਕੁਆਇਰ ਰੂਟ ਆਫ 1 ਮਾਈਨਸ x ਸਕੁਆਇਰ। ਤਾਂ ਤੁਸੀਂ ਦੇਖੋ ਜਿੱਥੇ tan t ਸੀ ਉੱਥੇ ਸਾਡੇ ਕੋਲੇ ਆ ਰਿਹਾ ਉਹਦੀ ਵੈਲਿਊ x ਅਪੋਨ ਸਕੁਆਇਰ ਰੂਟ ਆਫ 1 ਮਾਈਨਸ x ਸਕੁਆਇਰ ਤੇ ਇੱਥੇ ਆ cos t ਸੀ, cos t ਦੀ ਥਾਂ ਤੇ ਸਾਡੇ ਕੋਲੇ ਇੱਥੇ ਆ ਰਿਹਾ 1 ਮਾਈਨਸ x ਸਕੁਆਇਰ, ਸਕੁਆਇਰ ਰੂਟ ਆਫ 1 ਮਾਈਨਸ x ਸਕੁਆਇਰ। ਤਾਂ ਚਾਹੇ ਤੁਸੀਂ ਸਭ ਇਸ ਤਰ੍ਹਾਂ ਟ੍ਰਾਇੰਗਲ ਬਣਾ ਕੇ ਸਿੱਧਾ ਕਰ ਸਕਦੇ ਹੋ, ਨਹੀਂ ਤਾਂ ਇਹਨਾਂ ਨੂੰ ਸਾਈਨ cos 'ਚ ਬਦਲੋ, cos ਨੂੰ ਫਿਰ ਦੁਬਾਰਾ ਸਾਈਨ 'ਚ ਬਦਲੋ, ਫਿਰ ਉਹਦੀ ਸਾਈਨ ਦੀ ਵੈਲਿਊ ਸਬਸਟੀਟਿਊਟ ਕਰੋ। ਸਾਰੇ ਸਾਈਨ ਬਣ ਗਏ, ਦੇਖੋ ਇਹਦੇ ਵਿੱਚ ਆ ਕੇ ਕੀ ਹੋਇਆ ਸੀ ਸਾਰੇ ਸਾਈਨ ਬਣ ਗਏ ਸੀ, ਫਿਰ ਅਸੀਂ ਉਹਦੀ ਵੈਲਿਊ ਪੁੱਟ ਕੀਤੀ ਸੀ। ਤਾਂ ਚਾਹੇ ਤੁਸੀਂ ਇਸ ਤਰੀਕੇ ਨਾਲ ਕਰੋ ਚਾਹੇ ਇਸ ਤਰੀਕੇ ਨਾਲ, ਆਹ ਵਾਲਾ ਮੈਥਡ ਹਰ ਥਾਂ ਤੇ ਈਜ਼ੀਲੀ ਅਪਲਾਈ ਹੋ ਜਾਂਦਾ। ਸੋ ਮੈਂ ਰਿਕਮੈਂਡ ਕਰਦਾ ਵੀ ਸਾਨੂੰ ਆਹ ਵਾਲਾ ਜਿਹੜਾ ਮੈਥਡ ਹੈ ਇਹਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਕਰਨਾ ਚਾਹੀਦਾ ਹੈ, ਠੀਕ ਹੈ। ਨੈਕਸਟ ਹੈ ਸਾਡੇ ਕੋਲੇ ਇੰਟੈਗਰਲ ਆਫ ਸਾਈਨ ਇਨਵਰਸ x ਦਾ ਸਕੁਆਇਰ। ਤਾਂ ਉਸੇ ਤਰੀਕੇ ਨਾਲ ਫਿਰ ਇਨਵਰਸ ਫੰਕਸ਼ਨ ਹੈ ਸਾਡੇ ਕੋਲ, ਇਹਨੂੰ ਅਸੀਂ ਇਕੁਅਲ ਟੂ t ਲੈ ਲਾਂਗੇ। ਕੱਲਾ ਹੀ ਹੈ, ਜਦੋਂ ਜਿੱਥੇ ਕੱਲਾ ਹੋਵੇ ਉੱਥੇ ਇਸ ਤਰ੍ਹਾਂ ਕਰਨਾ, ਜਿੱਥੇ ਕੱਲਾ ਨਹੀਂ ਨਾਲ ਕੁਝ ਹੈਗਾ ਉੱਥੇ ਅਸੀਂ u ਵੀ ਅਲੱਗ-ਅਲੱਗ ਪਹਿਲਾਂ ਹੀ ਲੈ ਸਕਦੇ ਹਾਂ, ਉੱਥੇ ਉਸ ਤਰੀਕੇ ਨਾਲ ਹੋ ਜਾਏਗਾ। ਇੱਥੇ ਸਾਈਨ ਇਨਵਰਸ x ਦਾ ਸਕੁਆਇਰ, ਤਾਂ ਸਾਈਨ ਇਨਵਰਸ x ਨੂੰ ਅਸੀਂ t ਲੈ ਲਿਆ, x ਇਕੁਅਲ ਟੂ ਸਾਈਨ t ਹੋ ਜਾਏਗਾ, dx ਇਕੁਅਲ ਟੂ cos t dt ਹੋ ਜਾਏਗਾ। ਤਾਂ ਜਿੱਥੇ x ਹੈ ਉੱਥੇ ਅਸੀਂ ਸਾਈਨ t ਲਿਖ ਸਕਦੇ ਹਾਂ, ਜਿੱਥੇ dx ਹੈ cos t dt ਲਿਖ ਸਕਦੇ ਹਾਂ, ਸਾਈਨ ਇਨਵਰਸ x ਦੀ ਥਾਂ ਤੇ t ਲਿਖ ਸਕਦੇ ਹਾਂ। ਤਾਂ ਇਹਦੀ ਥਾਂ ਤੇ ਤਾਂ ਆ ਗਿਆ t ਦਾ ਸਕੁਆਇਰ ਹੋ ਗਿਆ, dx ਦੀ ਥਾਂ ਤੇ ਲਿਖਤਾ cos t dt। ਤਾਂ ਹੁਣ ਉਸੇ ਤਰ੍ਹਾਂ ਸਾਡੇ ਕੋਲ ਅਲਜੈਬਰਿਕ ਫੰਕਸ਼ਨ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਆ ਗਏ, ਤਾਂ ਅਸੀਂ u ਇਕੁਅਲ ਟੂ t ਸਕੁਆਇਰ ਲੈ ਲਿਆ, v ਇਕੁਅਲ ਟੂ cos t ਲੈ ਲਿਆ। ਤਾਂ ਉਸੇ ਤਰੀਕੇ ਨਾਲ ਇੰਟੀਗ੍ਰੇਸ਼ਨ ਕਰੋ, u ਨੂੰ ਛੱਡਤਾ, v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ, v ਦਾ ਇੰਟੀਗ੍ਰੇਸ਼ਨ ਦਾ ਫਿਰ ਇੰਟੀਗ੍ਰੇਸ਼ਨ 2 ਬਾਹਰ ਕੱਢ ਲਿਆ, t sin t, ਫਿਰ ਸਾਡੇ ਕੋਲੇ ਦੋ ਚੀਜ਼ਾਂ ਦਾ ਪ੍ਰੋਡਕਟ ਆ ਗਿਆ। ਇਹਦੇ ਵਿੱਚ ਵੀ ਇਸੇ ਤਰ੍ਹਾਂ ਇਹਨੂੰ u ਲੈ ਲਿਆ ਤੇ ਦੂਸਰੇ ਨੂੰ v ਲੈ ਲਿਆ। ਤਾਂ u ਨੂੰ ਛੱਡਤਾ, v ਦਾ ਇੰਟੀਗ੍ਰੇਸ਼ਨ ਮਾਈਨਸ u ਦਾ ਡਿਫਰੈਂਸ਼ੀਏਸ਼ਨ, v ਦਾ ਇੰਟੀਗ੍ਰੇਸ਼ਨ ਦਾ ਫਿਰ ਇੰਟੀਗ੍ਰੇਸ਼ਨ, ਆ ਮਾਈਨਸ ਮਾਈਨਸ ਪਲੱਸ ਹੋ ਜਾਊਗਾ, cos t dt ਹੋ ਜਾਊਗਾ। ਆਹ ਸਾਡਾ ਮਲਟੀਪਲਾਈ ਕਰ ਦਾਂਗੇ ਤਾਂ ਮਾਈਨਸ t cos t ਹੋ ਜਾਏਗਾ, ਠੀਕ ਹੈ। cos t ਦਾ ਇੰਟੀਗ੍ਰੇਸ਼ਨ ਕੀ ਹੋਏਗਾ sin t, ਠੀਕ ਹੈ ਨਾ। ਬਾਹਰ 2 ਆਵੇਂ ਜਮੀ ਹੈ ਪਲੱਸ c ਬਾਹਰ ਆ ਜਾਏਗੀ। ਤਾਂ ਇਸ ਤੋਂ ਬਾਅਦ ਸਾਡੇ ਕੋਲ ਆ ਗਿਆ t ਸਕੁਆਇਰ sin t ਮਾਈਨਸ 2 ਨਾਲ ਅੰਦਰ ਮਲਟੀਪਲਾਈ ਕਰਨਾ ਕਰ ਦਿਓ, ਮਲਟੀਪਲਾਈ ਕਰ ਹੀ ਦਿਓ, ਖੋਲ ਦਿਓ, ਹੈ ਨਾ। ਬ੍ਰੈਕਟਸ ਓਪਨ ਕਰ ਦੇंगे ਤਾਂ 2 ਉੱਧਰ ਮਲਟੀਪਲਾਈ ਹੋ ਕੇ ਪਲੱਸ ਦਾ ਹੋ ਜਾਏਗਾ, ਆਹ ਚੀਜ਼ ਮਾਈਨਸ ਦੀ ਹੋ ਜਾਏਗੀ। ਉਸ ਤੋਂ ਬਾਅਦ ਉਹਦੀਆਂ ਵੈਲਿਊਜ਼ ਪਿਛਲੇ ਸਵਾਲ ਵਾਂਗੂ ਚਾਹੇ ਸਿੱਧੀਆਂ ਪੁੱਟ ਕਰੋ। ਹੁਣ ਜਿਵੇਂ ਅਸੀਂ ਇੱਥੇ ਕੀ ਕਰਿਆ cos t ਨੂੰ ਅਸੀਂ ਜਿੱਥੇ ਜਿੱਥੇ cos ਆ ਉੱਥੇ ਸਕੁਆਇਰ ਰੂਟ ਆਫ 1 ਮਾਈਨਸ sin ਸਕੁਆਇਰ t, ਚਾਹੇ ਇਸ ਮੈਥਡ ਨਾਲ ਕਰੋ ਚਾਹੇ ਉਸੇ ਤਰੀਕੇ ਨਾਲ ਟ੍ਰਾਇੰਗਲ ਬਣਾ ਕੇ ਵੀ ਅਸੀਂ ਕਰ ਸਕਦੇ, ਠੀਕ ਹੈ। तो ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਤੀਆਂ ਤਾਂ ਸਾਡੇ ਕੋਲ ਆਨਸਰ ਆ ਗਿਆ x sin ਇਨਵਰਸ x ਦਾ ਸਕੁਆਇਰ, ਕਿਉਂਕਿ t ਸੀਗਾ, t ਦੀ ਥਾਂ ਤੇ ਅਸੀਂ sin ਇਨਵਰਸ x ਪੁੱਟ ਕਰਨਾ ਸੀ ਤੇ sin t ਦੀ ਥਾਂ ਤੇ x ਪੁੱਟ ਕਰਨਾ ਸੀ। ਤਾਂ ਇਸ ਤਰੀਕੇ ਨਾਲ ਸਾਡਾ ਆਨਸਰ ਆ ਜਾਏਗਾ। ਨੈਕਸਟ ਸਾਡੇ ਕੋਲੇ ਐਗਜ਼ਾਮਪਲ 93 ਇੰਟੈਗਰਲ ਆਫ x log 1 plus x dx। ਹੁਣ ਉਸੇ ਤਰੀਕੇ ਨਾਲ ਆ ਸਾਡੇ ਕੋਲੇ ਅਲਜੈਬਰਿਕ ਫੰਕਸ਼ਨ ਆ ਲੋਗਰਿਥਮਿਕ ਫੰਕਸ਼ਨ। ਲੋਗਰਿਥਮਿਕ ਫੰਕਸ਼ਨ ਦੀ ਪ੍ਰਾਇੋਰਟੀ ਜ਼ਿਆਦਾ ਹੈ ਤਾਂ ਇਹਨੂੰ ਅਸੀਂ u ਲੈ ਲਿਆ ਤੇ v ਇਕੁਅਲ ਟੂ x ਲੈ ਲਿਆ। ਤਾਂ log x ਨੂੰ ਛੱਡਤਾ, x ਦਾ ਇੰਟੀਗ੍ਰੇਸ਼ਨ x² by 2
माइनस log x log 1 plus x ਦਾ ਡਿਫਰੈਂਸ਼ੀਏਸ਼ਨ 1/1 plus x, ਠੀਕ ਹੈ ਨਾ। ਤੇ ਡਾਟ ਇਹਦਾ ਇੰਟੀਗ੍ਰੇਸ਼ਨ x ਸਕੁਆਇਰ ਬਾਈ 2, ਆ 1/2 ਬਾਹਰ ਕੱਢ ਦਾਂਗੇ, x ਸਕੁਆਇਰ ਇੱਥੇ ਆ ਜਾਊਗਾ। ਉਸੇ ਤਰੀਕੇ ਨਾਲ ਦੇਖੋ ਉੱਪਰਲੇ ਦੀ ਡਿਗਰੀ ਹੇਠਲੇ ਦੀ ਡਿਗਰੀ ਨਾਲੋਂ ਜ਼ਿਆਦਾ ਹੈ ਤਾਂ ਇਹਨਾਂ ਨੂੰ ਡਿਵਾਈਡ ਕਰ ਦਿਆਂਗੇ। डिवाइड करे तो आ चीज़ बनेगी x - 1 + 1/1 + x, ठीक है। ये हम अड अड इंटीग्रेट कर सकते हैं, x का इंटीग्रेशन x स्क्वायर बाय 2, 1 का इंटीग्रेशन x ते प्लस 1/1 + log x का इंटीग्रेशन log 1 + x होंदा है, ठीक है ना। प्लस c ये साडा आंसर आ गया। नैक्सट x cot इनवर्स x, ਹੁਣ ਇਹ 'ਚ ਦੇਖੋ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੇ ਨਾਲ ਇੱਕ ਸਾਨੂੰ ਦਿੱਤਾ ਅਲਜੈਬਰਿਕ ਫੰਕਸ਼ਨ, ਇਹਦੀ ਪ੍ਰਾਇੋਰਟੀ ਜ਼ਿਆਦਾ ਹੈ, ਇਹਨੂੰ ਅਸੀਂ u ਲੈ ਲਿਆ ਤੇ ਅਲਜੈਬਰਿਕ ਫੰਕਸ਼ਨ ਨੂੰ ਅਸੀਂ v। ਤਾਂ cot ਇਨਵਰਸ ਨੂੰ ਛੱਡਤਾ, x ਦਾ ਇੰਟੀਗ੍ਰੇਸ਼ਨ x ਸਕੁਆਇਰ ਬਾਈ 2, cot ਇਨਵਰਸ ਦਾ ਡਿਫਰੈਂਸ਼ੀਏਸ਼ਨ -1/1 + x ਸਕੁਆਇਰ ਬਾਈ 2, 1 ਮਾਈਨਸ ਵੀ ਬਾਹਰ ਕੱਢ ਲਿਆ, 1/2 ਵੀ ਬਾਹਰ ਕੱਢ ਲਿਆ, x ਸਕੁਆਇਰ / 1 + x ਸਕੁਆਇਰ। ਇਹ ਹਰ ਥਾਂ 'ਤੇ ਕਿੰਨੇ ਵਾਰੀ ਅਸੀਂ ਕਰਕੇ ਆਏ ਹਾਂ, 1 ਪਲੱਸ ਕਰਤਾ, 1 ਮਾਈਨਸ ਕਰਤਾ, ਇਹਨੂੰ ਅਲੱਗ ਕਰ ਲਿਆ ਦੀ ਵੈਲਿਊ 1 ਹੋ ਗਈ, ਇਹਨੂੰ ਅਲੱਗ ਕਰ ਲਿਆ -1/1 + x ਸਕੁਆਇਰ ਅਲੱਗ ਹੋ ਗਿਆ। ਹੁਣ ਇਹਨਾਂ ਦਾ ਇੰਟੀਗ੍ਰੇਸ਼ਨ ਆ ਤਾਂ ਹੋ ਹੀ ਗਿਆ ਸੀਗਾ, ਆ ਗਿਆ 1/2 x ਦਾ ਇੰਟੀਗ੍ਰੇਸ਼ਨ 1 ਦਾ ਇੰਟੀਗ੍ਰੇਸ਼ਨ x ਤੇ ਆ tan ਇਨਵਰਸ x ਦਾ ਫਾਰਮੂਲਾ, ਤਾਂ -tan ਇਨਵਰਸ x + c ਸਾਡਾ ਆਨਸਰ ਆ, ਠੀਕ ਹੈ। ਨੈਕਸਟ ਹੈਗਾ x sin ਇਨਵਰਸ x dx, ਇਸੇ ਤਰੀਕੇ ਨਾਲ ਇਹਦੇ 'ਚ ਆ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਤੇ ਆਹ ਸਾਡਾ ਅਲਜੈਬਰਿਕ ਫੰਕਸ਼ਨ, ਇਹਨੂੰ ਅਸੀਂ u ਲੈ ਲਿਆ ਤੇ x ਨੂੰ v ਲੈ ਲਿਆ, ਇਹਨੂੰ ਛੱਡਤਾ v ਦਾ ਇੰਟੀਗ੍ਰੇਸ਼ਨ, ਫਿਰ sin ਇਨਵਰਸ x ਦਾ ਡਿਫਰੈਂਸ਼ੀਏਸ਼ਨ 1/1 + x 1 - x ਸਕੁਆਇਰ ਸਕੁਆਇਰ ਰੂਟ ਆਫ 1 - x ਸਕੁਆਇਰ ਇਨਟੂ ਇਹਦਾ ਇੰਟੀਗ੍ਰੇਸ਼ਨ x, ਇਹਦਾ x ਦਾ ਇੰਟੀਗ੍ਰੇਸ਼ਨ x ਸਕੁਆਇਰ ਬਾਈ 2, x ਸਕੁਆਇਰ ਨੂੰ ਇੱਥੇ ਉੱਪਰ ਲੈ ਜਾਵਾਂਗੇ, ਠੀਕ ਹੈ ਨਾ। ਅਸੀਂ ਹੇਠਲੇ ਵਰਗਾ ਬਣਾਵਾਂਗੇ 1 - x ਸਕੁਆਇਰ, ਉੱਪਰ x ਸਕੁਆਇਰ ਹੈਗਾ, ਇਹਨੂੰ ਮਾਈਨਸ ਲਾ ਲਿਆ, ਆ ਜਿਹੜਾ ਬਾਹਰ ਮਾਈਨਸ ਸੀ ਅੰਦਰ ਲੈ ਗਏ, ਬਾਹਰ ਪਲੱਸ ਹੋ ਗਿਆ, ਤਾਂ -x ਸਕੁਆਇਰ ਪਾਉਣਾ ਚੀਜ਼ ਕਰਨੀ। ਹੁਣ ਇਹ 'ਚ 1 ਪਲੱਸ ਕਰਤਾ, 1 ਮਾਈਨਸ ਕਰਤਾ, ਆ 1 - x ਸਕੁਆਇਰ ਇਹਦੇ ਵਰਗਾ ਬਣ ਗਿਆ। ਜਦੋਂ ਅਸੀਂ ਇਹਨਾਂ ਨੂੰ ਡਿਵਾਈਡ ਕਰਾਂਗੇ, ਉੱਤੇ 1 ਪਾਵਰ ਹੈ, ਹੇਠਾਂ ਦੀ ਹਾਫ ਪਾਵਰ ਹੈ, ਤੇ ਉੱਪਰ ਹਾਫ ਰਹਿ ਜਾਏਗੀ ਪਾਵਰ, ਯਾਨੀ ਸਕੁਆਇਰ ਰੂਟ ਆਫ 1 - x ਸਕੁਆਇਰ ਤੇ -1/, ਆ ਚੀਜ਼ ਅਲੱਗ ਹੋ, ਠੀਕ ਹੈ। ਇਹਦਾ ਇੰਟੀਗ੍ਰੇਸ਼ਨ ਦਾ ਅੱਗੇ ਫਾਰਮੂਲਾ ਪੜ੍ਹਨਾ ਸੀ, ਉਸ ਫਾਰਮੂਲੇ ਨਾਲ ਵੀ ਕਰ ਸਕਾਂਗੇ, ਇੱਥੇ ਤੁਹਾਨੂੰ ਮੈਂ ਸਿੱਧਾ ਹੀ ਕਰਵਾਇਆ ਹੋਇਆ, ਉਹ ਵੀ ਦੇਖ ਲਿਓ। ਇਹਦਾ ਫਾਰਮੂਲਾ ਹੀ ਅਸੀਂ ਅੱਗੇ ਪੜ੍ਹਨਾ ਹੈ, ਸਕੁਆਇਰ ਰੂਟ ਆਫ a ਸਕੁਆਇਰ - x ਸਕੁਆਇਰ। ਇਹਦੀ ਜਿਹੜੀ ਵੈਲਿਊ ਹੈ ਅਸੀਂ ਵੈਸੇ ਹੀ ਯਾਦ ਕਰ ਲਾਂਗੇ, ਤੁਸੀਂ ਉਹ ਸਿੱਧੀ ਵੈਲਿਊ ਵੀ ਪੁੱਟ ਕਰ ਸਕੋਗੇ ਤੇ ਇਹਨੂੰ ਜਿਵੇਂ ਇੱਥੇ ਕੀਤਾ ਉਸ ਤਰੀਕੇ ਨਾਲ ਵੀ ਕਰ ਸਕੋਗੇ। 1/, इंटरग्रल ऑफ 1/1 स्क्वायर रूट ऑफ 1 - x स्क्वायर, ये तो तुम्हें पता है साइन इनवर्स x का फार्मूला आ भी हो गया। सिर्फ आ चीज़ हैगी, इनू असीं I1 ले लिया, इनू असीं अलग सॉल्व करांगे, आ चीज़ साडा इत्थों तक छड्ड देंगे, ठीक है ना। I1 = स्क्वायर रूट ऑफ 1 - x स्क्वायर। असीं की करिया, ਅਸੀਂ ਪਹਿਲਾਂ ਵੀ ਪੜ੍ਹਿਆ ਹੋਇਆ ਵੀ ਜਿੱਥੇ 1 ਸਕੁਆਇਰ ਰੂਟ ਦੇ ਵਿੱਚ 1 - x ਸਕੁਆਇਰ ਹੋਵੇ ਤਾਂ ਅਸੀਂ x ਦੀ ਥਾਂ ਤੇ sin t ਪੁੱਟ ਕਰਦੇ ਹਾਂ। ਅਸੀਂ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦੇ ਵਿੱਚ ਵੀ ਇਹ ਚੀਜ਼ ਕੀਤੀ ਸੀਗੀ ਤੇ ਡੈਰੀਵੇਟਿਵਸ ਦੇ ਵਿੱਚ ਵੀ ਇਹ ਚੀਜ਼ ਅਸੀਂ ਡਿਸਕਸ ਕੀਤੀ ਸੀ। ਤਾਂ ਉਹੀ ਚੀਜ਼ ਅਸੀਂ ਇੱਥੇ ਅਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। 1 - x ਸਕੁਆਇਰ ਨੂੰ ਅਸੀਂ ਠੀਕ ਕਰਨ ਵਾਸਤੇ, ਸੋਲਵ ਕਰਨ ਵਾਸਤੇ x ਦੀ ਥਾਂ ਤੇ ਅਸੀਂ sin t ਲੈ ਲਿਆ ਤਾਂ dx = cos t dt ਹੋ ਜਾਏਗਾ ਤੇ ਹੋ ਗਿਆ ਸਕੁਆਇਰ ਰੂਟ ਆਫ 1 - sin ਸਕੁਆਇਰ t ਤੇ dx ਦੀ ਥਾਂ ਤੇ ਆ ਗਿਆ cos t ਤੇ ਇਹਦਾ ਸਕੁਆਇਰ ਰੂਟ ਕੀ ਹੁੰਦਾ 1 - sin ਸਕੁਆਇਰ x, cos ਸਕੁਆਇਰ x ਹੋ ਗਿਆ, cos ਸਕੁਆਇਰ t ਹੋ ਗਿਆ, ਉਹਦਾ ਸਕੁਆਇਰ ਰੂਟ cos t ਹੋ ਗਿਆ, cos t × cos t dt ਆ cos ਸਕੁਆਇਰ t ਬਣ ਗਿਆ। ਹੁਣ cos ਸਕੁਆਇਰ t ਦਾ ਅਸੀਂ ਇੰਟੀਗ੍ਰੇਸ਼ਨ ਪਹਿਲਾਂ ਹੀ ਜਾਣਦੇ ਹਾਂ ਕਿਸ ਤਰੀਕੇ ਨਾਲ ਕਰਦੇ ਹੁੰਦੇ, ਅਸੀਂ ਇਹਨੂੰ ਪਹਿਲਾਂ 2t ਵਾਲੇ ਫਾਰਮੂਲੇ 'ਚ ਕਨਵਰਟ ਕਰਦੇ ਹਾਂ, ਪਾਵਰ ਨੂੰ ਅਸੀਂ ਹਮੇਸ਼ਾ ਖਤਮ ਕਰਦੇ ਹੁੰਦੇ ਹਾਂ। 1 + cos 2t/2 cos 2t ਵਾਲਾ ਫਾਰਮੂਲਾ, ਇਹ 'ਚੋਂ 1/2 ਬਾਹਰ ਕੱਢ ਲਿਆ ਤੇ ਇੱਥੇ ਬਚ ਗਿਆ 1 + cos 2t, ਉਹਦਾ ਇੰਟੀਗ੍ਰੇਸ਼ਨ ਕਰਾਂਗੇ, 1 ਦਾ ਇੰਟੀਗ੍ਰੇਸ਼ਨ t ਆ ਜਾਏਗਾ, cos 2t ਦਾ ਆ ਜਾਊਗਾ sin 2t/2, sin 2t ਦੀ ਥਾਂ ਤੇ sin ਉਹਦੀ ਵੈਲਿਊ ਪੁੱਟ ਕਰ ਦਿਓ 2 sin t cos t, 2 ਨਾਲ 2 ਕੈਂਸਲ ਹੋ ਜਾਊਗਾ, sin t cos t ਨੂੰ ਫਿਰ ਉਸੇ ਤਰ੍ਹਾਂ ਅਸੀਂ sin 'ਚ ਕਨਵਰਟ ਕਰ ਲਿਆ ਕਿਉਂਕਿ t ਹਟਾਉਣਾ ਅਸੀਂ ਤੇ ਸਾਨੂੰ sin t ਦੀ ਵੈਲਿਊ ਪਤਾ ਹੈ
ਤਾਂ cos ਨੂੰ sin 'ਚ ਅਸੀਂ ਕਨਵਰਟ ਕਰ ਲਿਆ ਸਕੁਆਇਰ ਰੂਟ ਆਫ 1 ਮਾਈਨਸ ਸਾਈਨ ਸਕੁਆਇਰ ਟੀ। ਇਹਦੀ ਥਾਂ 'ਤੇ ਅਸੀਂ ਹੋਰ ਕੀ ਕਰ ਸਕਦੇ ਸੀ, ਉਹੀ ਟਰਾਇੰਗਲ ਵਾਲਾ ਫਾਰਮੂਲਾ ਵੀ ਯੂਜ਼ ਕਰ ਸਕਦੇ ਸੀ। ਇੱਥੇ ਹੁਣ x ਦੀ ਥਾਂ 'ਤੇ t ਆਉਣਾ ਹੈ, ਇਹ ਮਿਸਟੇਕ ਹੈ ਇਹਦੇ 'ਚ। cos t ਦੀ ਥਾਂ 'ਤੇ ਸਕੁਆਇਰ ਰੂਟ ਆਫ 1 ਮਾਈਨਸ ਸਾਈਨ ਸਕੁਆਇਰ ਟੀ, ਅਤੇ ਸਾਈਨ ਸਕੁਆਇਰ ਟੀ ਦੀ ਥਾਂ ਸਾਈਨ ਟੀ ਦੀ ਥਾਂ 'ਤੇ ਅਸੀਂ x ਪੁੱਟ ਕਰ ਦੇਵਾਂਗੇ ਅਤੇ ਟੀ ਦੀ ਥਾਂ 'ਤੇ ਸਾਈਨ ਇਨਵਰਸ x ਪੁੱਟ ਕਰ ਦੇਂਗੇ। ਆ ਅਸੀਂ ਪੁੱਟ ਕੀਤਾ ਹੋਇਆ x ਦੀ ਥਾਂ 'ਤੇ ਸਾਈਨ ਟੀ ਦੀ ਥਾਂ 'ਤੇ x ਆਊਗਾ। ਜੇ t ਦੀ ਵੈਲਿਊ ਕੱਢਾਂਗੇ ਤਾਂ ਆ ਇੱਧਰ ਜਾ ਕੇ ਸਾਈਨ ਇਨਵਰਸ ਬਣ ਜਾਣਾ ਸੀ, ਤਾਂ t ਇਕੁਅਲ ਟੂ ਸਾਈਨ ਇਨਵਰਸ। ਤਾਂ t ਦੀ ਥਾਂ 'ਤੇ ਸਾਈਨ ਇਨਵਰਸ x ਅਤੇ ਸਾਈਨ ਟੀ ਦੀ ਥਾਂ 'ਤੇ x ਅਸੀਂ ਪੁੱਟ ਕਰ ਦਾਂਗੇ। ਅੱਗੇ ਤੁਸੀਂ ਜਾ ਕੇ ਇਹਦਾ ਫਾਰਮੂਲਾ ਹੀ ਪੜ੍ਹ ਲੈਣਾ, ਤੁਸੀਂ ਉਹ ਵਾਲਾ ਸਿੱਧਾ ਵੀ ਅਪਲਾਈ ਕਰ ਸਕੋਗੇ। ਠੀਕ ਹੈ, ਇਹ ਵੈਲਿਊ ਜਿਹੜੀ I1 ਦੀ 1 ਦੇ ਵਿੱਚ ਜਿਹੜਾ ਸਾਡਾ 1 ਇਕੁਏਸ਼ਨ 1 ਸੀ ਇਹਦੇ ਵਿੱਚ ਪੁੱਟ ਕਰ ਦਿਆਂਗੇ, ਤੁਹਾਡਾ ਆਨਸਰ ਆ ਜਾਏਗਾ। ਠੀਕ ਹੈ, ਨੈਕਸਟ ਹੈਗਾ x ਸਕੁਆਇਰ ਟੈਨ ਇਨਵਰਸ। ਇਹਦੇ 'ਚ ਵੀ ਉਸੇ ਤਰ੍ਹਾਂ ਅਲਜੈਬਰਿਕ ਫੰਕਸ਼ਨ ਅਤੇ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਹੈ। ਇਹਨਾਂ ਨੂੰ ਅਸੀਂ u ਵੀ ਲੈ ਲਿਆ, u ਨੂੰ ਛੱਡਤਾ v ਦਾ ਇੰਟੀਗ੍ਰੇਸ਼ਨ, ਫਿਰ u ਦਾ ਡਿਫਰੈਂਸ਼ੀਏਸ਼ਨ v ਦਾ ਇੰਟੀਗ੍ਰੇਸ਼ਨ ਦਾ, ਫਿਰ ਇੰਟੀਗ੍ਰੇਸ਼ਨ। ਉੱਤੇ ਹੁਣ ਪਾਵਰ ਜਿਹੜੀ ਡਿਗਰੀ ਹੈ ਵੱਡੀ ਹੈ, ਹੇਠਾਂ ਛੋਟੀ ਹੈ, ਫਿਰ ਅਸੀਂ ਉਹਨਾਂ ਨੂੰ ਇਸੇ ਤਰੀਕੇ ਨਾਲ ਡਿਵਾਈਡ ਕਰਿਆ ਅਤੇ ਆਹ ਚੀਜ਼ ਸਾਡੀ ਬਣ ਗਈ। ਠੀਕ ਹੈ, ਹੁਣ ਇਹਦਾ ਇੰਟੀਗ੍ਰੇਸ਼ਨ x dx ਅੱਡ ਕਰ ਲਾਂਗੇ ਅਤੇ ਇਹਦਾ ਇਹ ਕੀ ਹੈ ਤੁਹਾਨੂੰ ਨਜ਼ਰ ਆ ਰਿਹਾ 1 ਪਲੱਸ x ਸਕੁਆਇਰ ਦਾ ਡਿਫਰੈਂਸ਼ੀਅਲ ਉੱਪਰ ਪਿਆ ਹੋਇਆ, x ਪਿਆ ਉਹਨੂੰ 2 ਲਾ ਕੇ ਉੱਪਰ ਥੱਲੇ ਤਾਂ ਇਹਦਾ ਡਿਫਰੈਂਸ਼ੀਅਲ ਬਣਾ ਲਾਂਗੇ ਅਸੀਂ। ਠੀਕ ਹੈ, ਅਸੀਂ ਕੀ ਕਰਿਆ 1/2 2 ਨਾਲ ਡਿਵਾਈਡ ਅਤੇ ਮਲਟੀਪਲਾਈ ਕਰ ਤਾਂ ਉੱਪਰ 2x ਹੋ ਗਿਆ। ਠੀਕ ਹੈ, ਨਾ ਵੀ ਕਰਾਂਗੇ ਤਾਂ ਸਿੱਧਾ ਵੀ ਹੋ ਜੂਗਾ। ਆਪਾਂ ਕੀ ਕਰਦੇ ਹੁੰਦੇ ਹਾਂ, ਅਸੀਂ ਇੱਥੇ ਲੈਟ ਕਰ ਦੇਣਾ 1 ਪਲੱਸ x ਸਕੁਆਇਰ ਇਕੁਅਲ ਟੂ t, ਤਾਂ 2x dx ਇਕੁਅਲ ਟੂ dt ਅਤੇ x dx ਇਕੁਅਲ ਟੂ dt/2, ਇਸ ਤਰ੍ਹਾਂ ਵੀ ਕਰਦੇ ਹੁੰਦੇ ਸੀ। ਤਾਂ ਅਸੀਂ ਕੀ ਕਰਾਂਗੇ, ਆ x dx ਦੀ ਥਾਂ 'ਤੇ dt/2 ਲਿਖ ਦਾਂਗੇ ਅਤੇ 1/t ਬਣ ਜਾਏਗਾ। ਉਹਦਾ ਇੰਟੀਗ੍ਰੇਸ਼ਨ log t ਹੋਇਆ, log t ਨੂੰ ਅਸੀਂ ਦੁਬਾਰਾ t ਦੀ ਵੈਲਿਊ ਪੁੱਟ ਕਰਾਂਗੇ ਤਾਂ 1 log 1 ਪਲੱਸ x ਸਕੁਆਇਰ ਜਿਹੜਾ 1/2 ਸੀਗਾ ਉਹ ਇੱਥੇ ਬਾਹਰ ਆ ਜਾਊਗਾ, dt/2 ਸੀ ਨਾ। ਤਾਂ ਉਸ ਤਰੀਕੇ ਨਾਲ ਵੀ ਅਸੀਂ ਸਬਸਟੀਟਿਊਸ਼ਨ ਮੈਥਡ ਨਾਲ ਵੀ ਕਰ ਸਕਦੇ ਹਾਂ। ਇੱਥੇ ਅਸੀਂ ਕੀ ਕਰਿਆ, ਅਸੀਂ ਸਿੱਧਾ ਡਿਫਰੈਂਸ਼ੀਅਲ ਬਣਾ ਲਿਆ ਉੱਪਰ ਇਹਦਾ। ਉੱਪਰ 2x ਇਕੱਲਾ ਪਿਆ ਸੀਗਾ, 2 ਨਾਲ ਮਲਟੀਪਲਾਈ ਡਿਵਾਈਡ ਕਰਕੇ ਅਸੀਂ ਉੱਪਰ ਡਿਫਰੈਂਸ਼ੀਅਲ ਬਣਾ ਲਿਆ। ਪੂਰਾ ਡਿਫਰੈਂਸ਼ੀਅਲ ਜਦੋਂ ਬਣ ਜਾਂਦਾ ਫਿਰ ਅਸੀਂ ਕੀ ਕਰ ਸਕਦੇ ਹਾਂ, log ਆਫ ਦਿਸ ਸਿੱਧਾ ਹੀ ਲਿਖ ਸਕਦੇ ਹਾਂ। ਜਿਹਦਾ ਡਿਫਰੈਂਸ਼ੀਅਲ ਉੱਪਰ ਪੂਰਾ ਪਿਆ ਹੋਵੇ ਸਾਡੇ ਕੋਲੇ, ਉਹਦਾ ਇੰਟੀਗ੍ਰੇਸ਼ਨ ਹਮੇਸ਼ਾ log ਆਫ ਦਾ ਨਿਊ ਡਿਨੋਮੀਨੇਟਰ ਹੁੰਦਾ, ਡਿਨੋਮੀਨੇਟਰ ਤੋਂ log ਨਾਲ ਲਿਖਦੇ ਹਾਂ, ਇਸ ਦਾ ਆਨਸਰ ਆ ਜਾਂਦਾ ਹੈ। ਨੈਕਸਟ ਦੇਖੋ x ਕਿਊਬ log 2x, ਲੋਗਰਿਥਮਿਕ ਫੰਕਸ਼ਨ ਅਤੇ ਅਲਜੈਬਰਿਕ ਫੰਕਸ਼ਨ। ਇਹਨੂੰ ਅਸੀਂ log 2x ਨੂੰ u ਲੈ ਲਿਆ, x ਕਿਊਬ ਨੂੰ v ਲੈ ਲਿਆ, ਕੰਮ ਹੋ ਗਿਆ। log 2x ਛੱਡਤਾ, x ਕਿਊਬ ਦਾ ਇੰਟੀਗ੍ਰੇਸ਼ਨ ਮਾਈਨਸ log 2x ਦਾ ਡਿਫਰੈਂਸ਼ੀਏਸ਼ਨ 1/2x, ਫਿਰ 2x ਦਾ ਡਿਫਰੈਂਸ਼ੀਏਸ਼ਨ 2 ਅਤੇ ਇਹਦਾ ਇੰਟੀਗ੍ਰੇਸ਼ਨ x ਕਿਊਬ ਬਾਈ 4 ਹੈ। ਇੱਥੇ 2 ਨਾਲ 2 ਕੈਂਸਲ ਹੋ ਜਾਏਗਾ, 1/4 ਬਾਹਰ ਆ ਜਾਏਗਾ, x ਦੀ ਪਾਵਰ 1 ਘੱਟ ਜਾਏਗੀ, x ਕਿਊਬ ਰਹਿ ਜਾਏਗਾ। ਆਹ ਤਾਂ ਹੋ ਹੀ ਚੁੱਕਿਆ ਹੁੰਦਾ, ਇਹਨੂੰ ਕੁਝ ਕਰਨਾ ਹੀ ਨਹੀਂ ਹੁੰਦਾ, ਇਸੇ ਤਰ੍ਹਾਂ ਹੀ ਹੋਣਾ। ਤਾਂ -1/4 ਇਹਦਾ ਇੰਟੀਗ੍ਰੇਸ਼ਨ ਕਰਤਾ, ਇਹ ਸਾਡਾ ਆਨਸਰ ਆ ਗਿਆ। ਇਸੇ ਤਰ੍ਹਾਂ x ਕਿਊਬ e⁻x, ਇਹ ਕੀ ਹੈ, ਅਲਜੈਬਰਿਕ ਫੰਕਸ਼ਨ ਅਤੇ ਐਕਸਪੋਨੈਂਸ਼ੀਅਲ ਫੰਕਸ਼ਨ। ਇਹ 'ਚ ਅਲਜੈਬਰਿਕ ਫੰਕਸ਼ਨ ਦੀ ਜਿਹੜੀ ਪ੍ਰਾਇਰਟੀ ਹੈ ਜ਼ਿਆਦਾ ਹੈ, ਤਾਂ ਇਹਨੂੰ ਅਸੀਂ u ਲੈ ਲਿਆ, ਦੂਸਰੇ ਨੂੰ v ਲੈ ਲਿਆ। ਤਾਂ x ਕਿਊਬ ਨੂੰ ਛੱਡਤਾ, e⁻x ਦਾ ਇੰਟੀਗ੍ਰੇਸ਼ਨ e⁻x ਹੀ ਹੁੰਦਾ। ਫਿਰ x ਕਿਊਬ ਦਾ ਡਿਫਰੈਂਸ਼ੀਏਸ਼ਨ 3x ਸਕੁਆਇਰ ਅਤੇ e⁻x dx ਹੋ ਗਿਆ। ਹੁਣ ਇੱਥੇ ਫਿਰ ਉਸੇ ਤਰ੍ਹਾਂ ਦੋ ਚੀਜ਼ਾਂ ਦਾ ਪ੍ਰੋਡਕਟ ਆ ਗਿਆ, 3 ਨੂੰ ਤਾਂ ਕੱਢ ਲਿਆ ਬਾਹਰ, ਆਹ ਦੋ ਚੀਜ਼ਾਂ ਦਾ ਫਿਰ ਗੁਣਾ ਆ ਗਿਆ, ਤਾਂ ਫਿਰ ਇੱਥੇ ਅਸੀਂ ਦੁਬਾਰਾ ਫਿਰ u ਵੀ ਲਾਵਾਂਗੇ। ਇਹਦੇ ਵਿੱਚ ਹੁਣ ਆਹ ਸਾਡਾ ਅਲਜੈਬਰਿਕ ਫੰਕਸ਼ਨ ਅਤੇ ਐਕਸਪੋਨੈਂਸ਼ੀਅਲ ਫੰਕਸ਼ਨ ਹੈ। ਤਾਂ ਉਸੇ ਤਰੀਕੇ ਨਾਲ ਫਿਰ ਅਸੀਂ ਫਾਰਮੂਲਾ ਲਾਇਆ। ਠੀਕ ਹੈ ਨਾ, ਹੁਣ x ਸਕੁਆਇਰ ਦਾ ਡਿਫਰੈਂਸ਼ੀਅਲ ਆ ਗਿਆ 2x, ਹੁਣ ਇਹ 'ਚੋਂ 2 ਬਾਹਰ ਨਿਕਲ ਆਊਗਾ, ਫਿਰ ਅੰਦਰ ਦੁਬਾਰਾ ਪ੍ਰੋਡਕਟ ਬਣ ਜਾਊਗਾ, ਉਹਦੇ 'ਤੇ ਫਿਰ u ਵੀ ਫਾਰਮੂਲਾ, ਯਾਨੀ ਇੰਟੀਗ੍ਰੇਸ਼ਨ ਬਾਈ ਪਾਰਟਸ। ਇਹਨਾਂ ਨੂੰ ਫਿਰ ਅਸੀਂ ਇੰਟੀਗ੍ਰੇਟ ਕੀਤਾ। ਹੁਣ ਇੱਥੇ x ਖਤਮ ਹੋ ਗਿਆ, ਸਾਡੇ ਕੋਲ e⁻x ਹੀ ਰਹਿ ਗਿਆ। e⁻x ਦਾ ਇੰਟੀਗ੍ਰੇਸ਼ਨ ਹੁਣ ਸਾਨੂੰ ਪਤਾ ਹੈ e⁻x ਹੀ ਹੁੰਦਾ। ਆਹ ਜਿਹੜੀਆਂ ਬਾਹਰ 2 3 ਹੈਗੇ, ਇਹਨਾਂ ਦਾ ਖਿਆਲ ਰੱਖਣਾ, ਸਾਰੇ ਬ੍ਰੈਕਟਾਂ ਦੇ ਬਾਹਰ। ਆਹ 3 ਇਸ ਬ੍ਰੈਕਟ ਦੇ ਬਾਹਰ ਸੀਗਾ, 2 ਜਦੋਂ ਇਹਨੂੰ ਸੋਲਵ ਕਰਾਂਗੇ ਇਸ ਬ੍ਰੈਕਟ ਦੇ ਬਾਹਰ ਰਹੂਗਾ। ਪਹਿਲਾਂ 2 ਨੂੰ ਅੰਦਰ ਮਲਟੀਪਲਾਈ ਕਰਾਂਗੇ ਇਹਦੇ, ਫਿਰ ਜੋ ਆ ਗਿਆ ਉਹਨੂੰ ਆਹ 3 ਨਾਲ ਫਿਰ ਮਲਟੀਪਲਾਈ ਕਰਾਂਗੇ। ਸੋ ਇਹ ਚੀਜ਼ ਨੂੰ ਦੇ ਵਿੱਚ ਅਸੀਂ ਕਈ ਵਾਰੀ ਮਿਸਟੇਕ ਕਰ ਜਾਂਦੇ ਹੁੰਦੇ ਹਾਂ, ਇਹਨਾਂ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਹੈ। ਠੀਕ ਹੈ,
ਇੱਕ ਐਗਜ਼ਾਮਪਲ ਰਹੇਗਾ ਸਾਡੇ ਕੋਲ, ਉਹ ਹੈਗਾ ਹੁਣ ਐਗਜ਼ਾਮਪਲ 94 ਇੰਟੈਗਰਲ ਆਫ ਸਾਈਨ ਇਨਵਰਸ 2x ਅਪੋਨ 1 ਪਲੱਸ x। ਠੀਕ ਹੈ ਨਾ, ਆ ਸਾਈਨ 2x ਦਾ ਫਾਰਮੂਲਾ ਬਣਦਾ ਜੇ ਅਸੀਂ ਇਹਨੂੰ ਸਾਈਨ ਇਨਵਰਸ ਆ ਨਾ, ਸਾਈਨ ਇਨਵਰਸ ਉਹੀ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ ਵਾਲਾ ਸਾਡਾ ਨੌਲੇਜ ਇੱਥੇ ਕੰਮ ਆਏਗਾ, ਜਿੱਥੇ 1 ਪਲੱਸ ਐਕਸ ਸਕੁਆਇਰ, ਇੱਥੇ ਅਸੀਂ ਐਕਸ ਦੀ ਥਾਂ 'ਤੇ ਟੀ ਪੁੱਟ ਕਰਾਂਗੇ ਤਾਂ ਉੱਤੇ ਟੈਨ ਟੀ ਅਪੋਨ 1 ਪਲੱਸ ਟੈਨ ਸਕੁਆਇਰ ਬਣ ਜਾਏਗਾ। ਉਹ ਸਾਈਨ 2x ਦੀ ਜਾਂ ਸਾਈਨ 2t ਦੀ ਵੈਲਿਊ ਹੁੰਦੀ ਹੈ। ਤਾਂ ਅਸੀਂ ਇਹਨੂੰ x ਦੀ ਥਾਂ 'ਤੇ ਪੁੱਟ ਕਰਿਆ ਟੈਨ ਟੀ, ਤਾਂ dx ਇਕੁਅਲ ਟੂ ਹੋ ਜਾਏਗਾ sec ਸਕੁਆਇਰ ਟੀ dt, ਤਾਂ ਇਹ ਹੋ ਗਿਆ ਸਾਈਨ ਇਨਵਰਸ 2 ਟੈਨ ਟੀ ਅਪੋਨ 1 ਪਲੱਸ ਟੈਨ ਸਕੁਆਇਰ ਟੀ sec ਸਕੁਆਇਰ ਟੀ dt। ਆ ਬਣ ਗਿਆ ਸਾਈਨ 2t, ਸਾਈਨ ਇਨਵਰਸ ਸਾਈਨ ਖਤਮ ਹੋ ਕੇ ਕੀ ਰਹਿ ਜਾਊਗਾ, ਇਕੱਲਾ ਹੀ 2t sec ਸਕੁਆਇਰ ਟੀ dt। ਠੀਕ ਹੈ ਨਾ, ਇਹਦੇ 'ਚੋਂ 2 ਬਾਹਰ ਕੱਢ ਲਿਆ, t sec ਸਕੁਆਇਰ ਟੀ dt ਹੋ ਜਾਏਗਾ। ਹੁਣ ਇੱਥੇ ਸਾਡੇ ਕੋਲੇ ਯੂ ਵੀ ਫਾਰਮੂਲਾ ਜਾਂ ਇੰਟੀਗ੍ਰੇਸ਼ਨ ਬਾਈ ਪਾਰਟਸ ਅਸੀਂ ਹੁਣ ਇਸ ਤੋਂ ਕਹਾਂ ਲਾਵਾਂਗੇ। ਕੀ ਆ ਗਿਆ ਹੁਣ, ਆਹ ਸਾਡੇ ਕੋਲ ਜੈਬਰਿਕ ਫੰਕਸ਼ਨ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ। ਅਲਜੈਬਰਿਕ ਫੰਕਸ਼ਨ ਨੂੰ ਯੂ ਤੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਅਸੀਂ ਵੀ ਲੈ ਲਾਂਗੇ। ਟੀ ਨੂੰ ਛੱਡਤਾ, sec ਸਕੁਆਇਰ ਟੀ ਦਾ ਇੰਟੀਗ੍ਰੇਸ਼ਨ tan t ਮਾਈਨਸ ਟੀ ਦਾ ਡਿਫਰੈਂਸ਼ੀਅਲ 1 sec ਸਕੁਆਇਰ ਟੀ ਦਾ ਇੰਟੀਗ੍ਰੇਸ਼ਨ tan t। tan t ਦਾ ਫਿਰ ਇੰਟੀਗ੍ਰੇਸ਼ਨ ਕਰਾਂਗੇ ਮਾਈਨਸ cos log cos t, ਮਾਈਨਸ ਮਾਈਨਸ ਪਲੱਸ ਹੋ ਜਾਊਗਾ t tan t ਪਲੱਸ log cos t ਪਲੱਸ c। ਉਸੇ ਤਰੀਕੇ ਨਾਲ ਇਸ ਤੋਂ ਬਾਅਦ ਅਸੀਂ ਟਰਾਇੰਗਲ ਵਾਲਾ ਯੂਜ਼ ਕਰ ਲਈਏ, ਚਾਹੇ tan t ਹੈ ਤੇ cos t ਹੈ ਤਾਂ ਅਸੀਂ ਟਰਾਇੰਗਲ ਵਾਲੇ ਯੂਜ਼ ਕਰਦੇ ਹਾਂ, ਸੌਖਾ ਰਹੇਗਾ ਸਾਨੂੰ। ਅਸੀਂ tan t ਇਕੁਅਲ ਟੂ x ਲਿਆ ਹੋਇਆ, ਠੀਕ ਹੈ ਨਾ, ਤਾਂ ਅਸੀਂ t ਇੱਥੇ ਲਾ ਲਓ, ਇਹ ਹੋ ਗਿਆ ਪਰਪੈਂਡੀਕੂਲਰ ਓਵਰ ਬੇਸ, ਯਾਨੀ x ਪਰਪੈਂਡੀਕੂਲਰ ਹੋ ਗਿਆ, ਬੇਸ 1 ਹੋ ਗਿਆ, x ਤੇ ਇੱਥੇ ਬਣ ਗਿਆ। ਇਹਦਾ ਹਾਈਪੋਟੇਨਸ ਅਸੀਂ ਫਾਈਂਡ ਕਰਾਂਗੇ। ਹੁਣ ਜਿਹੜੀ ਚੀਜ਼ ਦੀ ਸਾਨੂੰ ਵੈਲਿਊ ਚਾਹੀਦੀ ਹੈ ਉਹ ਅਸੀਂ ਲਿਖ ਲਾਂਗੇ। tan t ਦਾ ਤਾਂ ਸਾਨੂੰ ਪਤਾ ਹੈ x ਹੈ ਵੈਲਿਊ, ਤੇ t ਦੀ ਵੈਲਿਊ tan ਇਨਵਰਸ x ਹੈ। t ਦੀ ਵੈਲਿਊ ਕੀ ਹੋ ਜਾਏਗੀ, tan ਇਨਵਰਸ x, ਤੇ ਜਿੱਥੇ t ਹੈ ਉੱਥੇ tan ਇਨਵਰਸ x, tan t ਦੀ ਥਾਂ 'ਤੇ x log cos t ਦੀ ਵੈਲਿਊ ਇੱਥੋਂ ਫਾਈਂਡ ਕਰ ਲਾਂਗੇ। cos t ਹੋਏਗਾ ਬੇਸ ਅਪੋਨ ਹਾਈਪੋਟੇਨਸ, ਤਾਂ 1 ਅਪੋਨ ਸਕੁਆਇਰ ਰੂਟ ਆਫ 1 ਪਲੱਸ x ਸਕੁਆਇਰ, ਤਾਂ log 1 ਅਪੋਨ 1 ਪਲੱਸ ਸਕੁਆਇਰ ਰੂਟ ਆਫ x 1 ਪਲੱਸ x ਪਲੱਸ c। ਠੀਕ ਹੈ, ਇਹਦੇ 'ਚ ਇਹਨੂੰ ਅਸੀਂ ਮਾਈਨਸ, ਦੇਖੋ ਆ ਹੈਗਾ ਹੁਣ log a ਅਪੋਨ b, ਇਹ ਕੀ ਹੈ ਖਿਆਲ ਕਰੋ, ਇਹ ਹੈਗਾ ਹੁਣ ਸਾਡੇ ਕੋਲੇ log a ਅਪੋਨ b, ਇਹਦੀ ਵੈਲਿਊ ਹੋਏਗੀ log a ਮਾਈਨਸ log b, ਤਾਂ ਇਹ ਹੈਗਾ ਸਾਡੇ ਕੋਲੇ log 1 ਅਪੋਨ ਸਕੁਆਇਰ ਰੂਟ ਆਫ 1 ਪਲੱਸ x ਸਕੁਆਇਰ। ਤਾਂ ਇਹਨੂੰ ਅਸੀਂ ਲਿਖ ਸਕਦੇ ਹਾਂ, ਫਿਰ ਇਹਦਾ ਮਤਲਬ log 1 ਮਾਈਨਸ log ਸਕੁਆਇਰ ਰੂਟ ਆਫ 1 ਪਲੱਸ x ਸਕੁਆਇਰ। ਠੀਕ ਹੈ ਨਾ, ਤੇ log 1 ਦੀ ਵੈਲਿਊ 0 ਹੁੰਦੀ ਹੈ। ਠੀਕ ਹੈ ਨਾ, ਤਾਂ ਇਹਨੂੰ ਅਸੀਂ ਛੱਡ ਦਿਆਂਗੇ, ਸਿਰਫ ਹੀ ਸਾਡੇ ਕੋਲ ਆ ਰਹਿ ਜਾਏਗਾ ਮਾਈਨਸ log ਸਕੁਆਇਰ ਰੂਟ ਆਫ 1 ਪਲੱਸ x ਸਕੁਆਇਰ। ਇਹ ਤਾਂ ਇੱਥੇ ਖਤਮ ਹੋ ਗਿਆ, ਹਜੇ ਸ਼ੁਕਰ, ਨਹੀਂ ਤਾਂ ਕੀ ਹੋਰ ਹੋ ਸਕਦਾ ਸੀ, ਹੋਰ ਇਹ ਵੀ ਹੋ ਸਕਦਾ ਸੀ ਇਹਦੀ ਪਾਵਰ 1/2 ਹੈ। ਹੁਣ ਇਹਦੀ ਪਾਵਰ ਕੀ ਹੈ 1/2, ਤੇ ਅਸੀਂ ਮਾਈਨਸ ਆ 1/2 ਵੀ ਬਾਹਰ ਕੱਢ ਸਕਦੇ ਸੀ ਇਸ ਤਰੀਕੇ ਨਾਲ। ਸੋ ਇਹਦਾ ਆਨਸਰ ਕਿਸੇ ਤਰੀਕੇ ਨਾਲ ਵੀ ਲਿਖਿਆ ਜਾ ਸਕਦਾ ਸੀਗਾ, ਜੇ ਐਂ ਲਿਖਿਆ ਹੁੰਦਾ ਤਾਂ ਵੀ ਠੀਕ ਸੀਗਾ, ਇਹਨੂੰ ਇਸ ਤਰ੍ਹਾਂ ਲਿਖਤਾ ਤਾਂ ਵੀ ਠੀਕ ਹੈ, ਇਸ ਤਰ੍ਹਾਂ ਲਿਖਤਾ ਤਾਂ ਵੀ ਠੀਕ। ਸੋ ਕਈ ਵਾਰੀ ਤੁਹਾਡੇ ਜਿਹੜੀ ਬੁੱਕ ਦੇ ਵਿੱਚ ਆਨਸਰ ਤੁਸੀਂ ਮੈਚ ਕਰਦੇ ਆ ਤਾਂ ਉਹਨਾਂ 'ਚ ਇੰਨਾ ਕੁ ਫਰਕ ਹੁੰਦਾ ਕਈ ਵਾਰੀ, ਕਿਤੇ ਤਾਂ ਆਨਸਰ ਇੱਥੇ ਛੱਡਿਆ ਹੁੰਦਾ, ਕਿਤੇ ਆਨਸਰ ਇੱਥੇ ਲਿਆ ਕੇ ਛੱਡਿਆ ਹੁੰਦਾ, ਕਿਤੇ ਆਨਸਰ ਇੱਥੇ ਲਿਆ ਕੇ ਛੱਡਿਆ। ਤੁਸੀਂ ਜਿੱਥੇ ਮਰਜ਼ੀ ਛੱਡ ਦੋਗੇ ਸਾਰੇ ਠੀਕ ਨੇ। ਠੀਕ ਹੈ ਨਾ, ਇਹਦੇ 'ਚ ਹੁਣ ਅਸੀਂ ਕੀ ਕਰਿਆ, log 1 ਅਲੱਗ ਕਰ ਲਿਆ ਤੇ ਮਾਈਨਸ log this ਅਲੱਗ ਕਰ ਲਿਆ। ਠੀਕ ਹੈ ਨਾ, log 1 ਦੀ ਵੈਲਿਊ 0 ਹੁੰਦੀ ਹੈ, 2 ਨੂੰ ਅੰਦਰ ਮਲਟੀਪਲਾਈ ਕਰਿਆ ਇੱਥੇ। ਹੁਣ ਇਹਦਾ ਜੇ 1/2 ਹੋਰ ਬਾਹਰ ਲਿਆਂਦਾ ਹੁੰਦਾ ਤਾਂ 2 ਨਾਲ 1/2 ਹੋਰ ਕੈਂਸਲ ਹੋ ਜਾ ਲਿਖ ਦਿੰਦੀ। ਠੀਕ ਹੈ ਜੀ, ਤੇ ਫਿਰ ਇੱਥੇ ਬਚਣਾ ਸੀ ਇਕੱਲਾ ਹੀ log 1 ਪਲੱਸ x ਸਕੁਆਇਰ ਪਲੱਸ c। ਸੋ ਇਸ ਤਰੀਕੇ ਨਾਲ ਇਹ ਜਿਹੜੇ ਇੰਟੈਗ੍ਰੇਸ਼ਨ ਬਾਏ ਪਾਰਟਸ ਨਾਲ ਰਿਲੇਟਡ ਬਹੁਤ ਸਾਰੇ ਕੁਐਸਚਨ ਅਸੀਂ ਡਿਸਕਸ ਕਰ ਲਏ। ਠੀਕ ਹੈ, ਤਾਂ ਆਈ ਥਿੰਕ ਤੁਹਾਨੂੰ ਇਹ ਕਨਸੈਪਟ ਹੈ ਜਿਹੜਾ ਉਹ ਕਲੀਅਰ ਹੋ ਗਿਆ ਹੋਵੇਗਾ।